ਲਾਈਵ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕੁਲਵਿੰਦਰ ਮਾਹੀ। ਇਸ ਵੇਲੇ ਦੀ ਅਹਿਮ ਖਬਰ ਜੋ ਤੁਹਾਨੂੰ ਦੇਣ ਜਾ ਰਹੇ ਹਾਂ ਦੀਪਕ ਟੀਨੂ ਨਾਲ ਜੁੜੀ ਹੋਈ ਹੈ। ਦੀਪਕ ਟੀਨੂ ਜੋ ਸੀਆਈਏ ਸਟਾਫ ਦੀ ਗਿਰਫਤ ਚੋਂ ਫਰਾਰ ਹੋ ਗਿਆ ਸੀ, ਉਹ ਦੀਪਕ ਟੀਨੂ ਬਾਰੇ ਹੁਣ ਜਾਣਕਾਰੀ ਆ ਰਹੀ ਹੈ ਕਿ ਉਹ ਵਿਦੇਸ਼ ਫਰਾਰ ਹੋ ਚੁੱਕਾ ਹੈ। ਵੱਡੀ ਜਾਣਕਾਰੀ ਸਾਂਝੀ ਕੀਤੀ ਹੈ ਉਸਦੀ ਗਰਲਫ੍ਰੈਂਡ ਜਤਿੰਦਰ ਕੌਰ ਨੇ। ਜਤਿੰਦਰ ਕੌਰ ਨੂੰ ਬੀਤੇ ਦਿਨੀ ਹੀ ਮੁੰਬਈ 에ਅਰਪੋਰਟ ਉਤੋਂ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਸਮੇਂ ਉਹ ਮਾਲਦੀਪ ਭੱਜਣ ਦੀ ਤਿਆਰੀ ਦੇ ਵਿੱਚ ਸੀ। ਤੁਹਾਨੂੰ ਦੱਸ ਦਈਏ ਕਿ ਜਤਿੰਦਰ ਕੌਰ ਹੀ ਉਹ ਲੜਕੀ ਹੈ ਜਿਸ ਨੇ ਦੀਪਕ ਟੀਨੂ ਨੂੰ ਸੀਆਈਏ ਸਟਾਫ ਦੀ ਗਿਰਫਤ ਵਿੱਚੋਂ ਫਰਾਰ ਹੋਣ ਵਿੱਚ ਮਦਦ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ 3 ਦਿਨ ਪਹਿਲਾਂ ਹੀ ਉਹ ਮਾਨਸਾ ਪਹੁੰਚ ਚੁੱਕੀ ਸੀ, ਜਿਸ ਤੋਂ ਬਾਅਦ ਉਹਨਾਂ ਦੀ ਪੂਰੀ ਜੋ ਪਲੈਨਿੰਗ ਸੀ ਉਸ ਨੂੰ ਅੰਜਾਮ ਦਿੱਤਾ ਗਿਆ। ਪ੍ਰਿਤਪਾਲ ਹੁਣੀ ਜੋ ਕਿ ਸੀਆਈਏ ਸਟਾਫ ਦੇ ਇੰਚਾਰਜ ਨੇ, ਉਹਨਾਂ ਨੇ ਹੀ ਜਤਿੰਦਰ ਕੌਰ ਨਾਲ ਉਹਨਾਂ ਦੀ ਮੁਲਾਕਾਤ ਕਰਾਈ। ਦੀਪਕ ਟੀਨੂ ਨੂੰ ਲਗਾਤਾਰ ਮੁਲਾਕਾਤਾਂ ਕਰਵਾਉਂਦੇ ਰਹੇ ਹੋਟਲ ਦੇ ਵਿੱਚ ਲਿਜਾ ਕੇ ਅਤੇ ਆਪਣੀ ਸਰਕਾਰੀ ਰਿਹਾਇਸ਼ ਦੇ ਉੱਤੇ ਦੀਪਕ ਟੀਨੂ ਨੂੰ ਉਸਦੀ ਗਰਲਫ੍ਰੈਂਡ ਜਤਿੰਦਰ ਕੌਰ ਦੇ ਨਾਲ ਮਿਲਾਇਆ ਜਾਂਦਾ ਹੈ ਤੇ ਜਿਸ ਤੋਂ ਬਾਅਦ ਮੌਕਾ ਪਾ ਕੇ ਦੀਪਕ ਟੀਨੂ ਉੱਥੋਂ ਫਰਾਰ ਹੋ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਜਤਿੰਦਰ ਕੌਰ ਪੰਜਾਬ ਪੁਲਿਸ ਦੀ ਕਾਂਸਟੇਬਲ ਹੈ ਅਤੇ ਲੁਧਿਆਣਾ ਦੇ ਲਖਵਾਲ ਦੇ ਰਹਿਣ ਵਾਲੀ ਹੈ ਅਤੇ ਜਤਿੰਦਰ ਕੌਰ ਹੀ ਉਹ ਲੜਕੀ ਹੈ ਜਿਸ ਨੇ ਦੀਪਕ ਟੀਨੂ ਨੂੰ ਫਰਾਰ ਹੋਣ ਦੇ ਵਿੱਚ ਮਦਦ ਕੀਤੀ ਸੀ। ਇਸ ਵਿੱਚ ਪ੍ਰਿਤਪਾਲ ਸਿੰਘ ਹੁਣਾਂ ਦੀ ਭੂਮਿਕਾ ਹਮੇਸ਼ਾ ਤੋਂ ਸ਼ੱਕੀ ਰਹੀ ਹੈ, ਪਰ ਹੁਣ ਜਤਿੰਦਰ ਕੌਰ ਪੁਲਿਸ ਦੀ ਗਿਰਫਤ ਵਿੱਚ ਆ ਚੁੱਕੀ ਹੈ। ਸੀਆਈਏ ਸਟਾਫ ਦੀ ਗਿਰਫਤ ਵਿੱਚ ਜਤਿੰਦਰ ਕੌਰ ਆ ਚੁੱਕੀ ਔਰ ਵੱਡੇ ਖੁਲਾਸੇ ਉਸਨੇ ਕੀਤੇ ਹੈ। 5 ਦਿਨ ਦਾ ਰਿਮਾਂਡ ਉਸਦਾ ਹਾਸਲ ਕਰ ਲਿਆ ਗਿਆ ਹੈ ਸੀਆਈਏ ਸਟਾਫ ਵੱਲੋਂ, ਜਿਸ ਦੇ ਵਿੱਚ ਉਸਨੇ ਹੁਣ ਵੱਡੇ ਖੁਲਾਸੇ ਕੀਤੇ ਨੇ ਦੀਪਕ ਟੀਨੂ ਨੂੰ ਲੈ ਕੇ। ਉਸਨੇ ਕਿਹਾ ਕਿ 3-4 ਦਿਨ ਪਹਿਲਾਂ ਹੀ ਦੀਪਕ ਟੀਨੂ ਵਿਦੇਸ਼ ਫਰਾਰ ਹੋ ਚੁੱਕਾ ਹੈ। ਪਾਸਪੋਰਟ ਉਸਨੇ ਨਕਲੀ ਬਣਵਾਇਆ ਸੀ ਜਿਸ ਦੇ ਉੱਤੇ ਉਹ ਵਿਦੇਸ਼ ਫਰਾਰ ਹੋ ਚੁੱਕਾ ਹੈ। ਉਸਦਾ ਕਹਿਣਾ ਹੈ ਕਿ ਗੋਇੰਦਵਾਲ ਜੇਲ੍ਹ ਦੇ ਵਿੱਚ ਹੀ ਦੀਪਕ ਟੀਨੂ ਨੂੰ ਮੋਬਾਈਲ ਮਿਲ ਗਿਆ ਸੀ। ਉਸ ਦੌਰਾਨ ਹੀ ਉਸਨੇ ਫਰਾਰ ਹੋਣ ਦੀ ਪੂਰੀ ਸਾਜ਼ਿਸ਼ ਬਣਾ ਲਈ ਸੀ। ਇਸ ਤੇ ਅਮਲ ਕਰਦੇ ਹੋਏ 3 ਦਿਨ ਪਹਿਲਾਂ ਮਾਨਸਾ ਦੇ ਵਿੱਚ ਜਤਿੰਦਰ ਕੌਰ ਪਹੁੰਚਦੀ ਹੈ ਔਰ ਇਸ ਦੇ ਨਾਲ 3-4 ਹੋਰ ਲੋਕ ਵੀ ਮੌਜੂਦ ਹੁੰਦੇ ਨੇ ਔਰ ਪੁਲਿਸ ਦਾ ਵੀ ਕਹਿਣਾ ਹੈ ਕਿ ਇੱਕ SUV ਦੇਖੀ ਗਈ ਸੀ ਮਾਨਸਾ ਦੇ ਵਿੱਚ 3-4 ਥਾਵਾਂ ਤੇ। ਹੋ ਸਕਦਾ ਹੈ ਕਿ ਉਸ ਸ਼ੱਕੀ ਗੱਡੀ ਦੇ ਵਿੱਚ ਇਹ ਮੁਲਜ਼ਮ ਹੀ ਹੋਣ ਜਿਨ੍ਹਾਂ ਨੇ ਦੀਪਕ ਟੀਨੂ ਨੂੰ ਫਰਾਰ ਹੋਣ ਦੇ ਵਿੱਚ ਮਦਦ ਕੀਤੀ ਹੈ। ਸੋ ਕੱਲੀ ਜਤਿੰਦਰ ਕੌਰ ਹੀ ਨਹੀਂ, ਕੋਈ ਹੋਰ ਲੋਕ ਵੀ ਉਸ ਦੇ ਨਾਲ ਸ਼ਾਮਲ ਸੀ ਇਸ ਸਾਜ਼ਿਸ਼ ਦੇ ਵਿੱਚ, ਜਿਨ੍ਹਾਂ ਨੇ ਮਿਲ ਕੇ ਦੀਪਕ ਟੀਨੂ ਨੂੰ ਸੀਆਈਏ ਸਟਾਫ ਦੀ ਗਿਰਫਤ ਦੇ ਵਿੱਚੋਂ ਫਰਾਰ ਕਰਵਾਇਆ ਸੀ। ਤੁਹਾਨੂੰ ਦੱਸ ਦਈਏ ਕਿ ਪ੍ਰਿਤਪਾਲ ਸਿੰਘ ਜੋ ਕਿ ਸੀਆਈਏ ਸਟਾਫ ਦੇ ਇੰਚਾਰਜ ਨੇ, ਉਹਨਾਂ ਦੀ ਗਿਰਫਤ ਦੇ ਵਿੱਚੋਂ ਦੀਪਕ ਟੀਨੂ ਫਰਾਰ ਹੋਇਆ ਸੀ ਔਰ ਰਾਤ ਦੇ ਕਰੀਬ 1:30 ਵਜੇ 2 ਅਕਤੂਬਰ ਦੀ ਰਾਤ ਜਦੋਂ 1:30 ਵਜੇ ਦੇ ਕਰੀਬ ਉਹ ਪੁਲਿਸ ਦੀ ਗਿਰਫਤ ਦੇ ਵਿੱਚੋਂ ਫਰਾਰ ਹੋ ਜਾਂਦਾ ਹੈ। ਔਰ ਤੁਹਾਨੂੰ ਦੱਸ ਦਈਏ ਕਿ ਜਤਿੰਦਰ ਕੌਰ ਦੇ ਨਾਲ ਹੀ ਮਿਲਵਾਉਣ ਲਈ ਪ੍ਰਿਤਪਾਲ ਹੁਣੀ ਉਹਨਾਂ ਨੂੰ ਲੈ ਕੇ ਆਏ ਸੀ, ਜਿਸ ਦੌਰਾਨ ਦੀਪਕ ਟੀਨੂ ਪੁਲਿਸ ਦੀ ਗਿਰਫਤ ਦੇ ਵਿੱਚੋਂ ਫਰਾਰ ਹੋ ਜਾਂਦਾ ਹੈ। ਔਰ ਵੱਡੀ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ ਗੋਇੰਦਵਾਲ ਜੇਲ੍ਹ ਦੇ ਵਿੱਚ ਕਈ ਹੋਰ ਗੈਂਗਸਟਰ ਵੀ ਇਸ ਸਾਜ਼ਿਸ਼ ਵਿੱਚ ਸ਼ਾਮਲ ਸਨ। ਉਹਨਾਂ ਨੇ ਇਸ ਸਾਜ਼ਿਸ਼ ਵਿੱਚ ਦੀਪਕ ਟੀਨੂ ਦਾ ਸਾਥ ਦਿੱਤਾ ਹੈ ਔਰ ਜਤਿੰਦਰ ਕੌਰ ਦਾ ਇਹ ਵੀ ਕਹਿਣਾ ਹੈ ਕਿ ਦੀਪਕ ਟੀਨੂ ਲਗਾਤਾਰ ਗੋਲਡੀ ਬਰਾੜ ਦੇ ਇਨ ਟੱਚ ਸੀ। ਲਗਾਤਾਰ ਗੋਲਡੀ ਬਰਾੜ ਉਸ ਨੂੰ ਵਿਦੇਸ਼ ਭੱਜਣ ਦੇ ਵਿੱਚ ਮਦਦ ਕਰ ਰਿਹਾ ਸੀ ਔਰ ਉਸ ਦੀ ਗਾਈਡਲਾਈਨ ਦੇ ਉੱਤੇ ਹੀ ਦੀਪਕ ਟੀਨੂ ਪੰਜਾਬ ਤੋਂ ਬਾਅਦ ਦੇਸ਼ ਤੋਂ ਵੀ ਫਰਾਰ ਹੋ ਚੁੱਕਾ ਹੈ। ਦੂਜੇ ਪਾਸੇ ਜੇਕਰ ਗੱਲ ਕਰੀਏ ਸਿੱਧੂ ਮੂਸੇਵਾਲਾ ਦੀ, ਤਾਂ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਸ ਤੇ ਸਵਾਲ ਚੁੱਕੇ ਸੀ। ਉਹਨਾਂ ਕਿਹਾ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਕਈ ਕਾਲੀਆਂ ਭੇਡਾਂ ਨੇ ਜੋ ਇਸ ਤਰ੍ਹਾਂ ਗੈਂਗਸਟਰਾਂ ਦੇ ਨਾਲ ਮਿਲੀਆਂ ਹੋਈਆਂ ਨੇ, ਗੈਂਗਸਟਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੀਆਂ ਨੇ, ਜਿਸ ਕਰਕੇ ਕਿਸੇ ਨੂੰ ਇਨਸਾਫ ਨਹੀਂ ਮਿਲ ਪਾਉਂਦਾ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸਵਾਲ ਚੁੱਕੇ ਸੀ। ਉਹਨਾਂ ਕਿਹਾ ਸੀ ਕਿ ਪ੍ਰਿਤਪਾਲ ਉਹਨਾਂ ਨੂੰ ਉਹ ਰੱਬ ਸਮਝਦੇ ਸੀ। ਉਹਨਾਂ ਨੂੰ ਲੱਗਦਾ ਸੀ ਕਿ ਇਹ ਬੰਦਾ ਉਹਨਾਂ ਨੂੰ ਇਨਸਾਫ ਦਿਵਾ ਰਿਹਾ ਹੈ, ਉਹਨਾਂ ਲਈ ਦਿਨ ਰਾਤ ਇੱਕ ਕਰ ਰਿਹਾ ਹੈ, ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹੀ ਉਹ ਵਿਅਕਤੀ ਹੈ ਜੋ ਗੈਂਗਸਟਰਾਂ ਨਾਲ ਮਿਲਿਆ ਹੋਇਆ ਹੈ ਜਾਂ ਉਹਨਾਂ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਦੂਜੇ ਪਾਸੇ ਪ੍ਰਿਤਪਾਲ ਸਿੰਘ ਜਿਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ, ਉਹਨਾਂ ਨੇ ਜੋ ਜਾਂਚ ਵਿੱਚ ਖੁਲਾਸਾ ਕੀਤਾ, ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਵੱਲੋਂ ਦੀਪਕ ਟੀਨੂ ਵੱਲੋਂ ਉਹਨਾਂ ਨੂੰ ਲਾਲਚ ਦਿੱਤਾ ਗਿਆ ਸੀ ਕਿ ਉਹ ਉਹਨਾਂ ਨੂੰ ਹਥਿਆਰਾਂ ਦੀ ਬਰਾਮਦਗੀ ਕਰਵਾਏਗਾ, ਕਿਉਂਕਿ AK-47 ਵਰਗੇ ਹਥਿਆਰ ਗੈਂਗਸਟਰਾਂ ਤੋਂ ਹੈਗੇ ਨੇ। ਇਸ ਨੂੰ ਲੈ ਕੇ ਪ੍ਰਿਤਪਾਲ ਨੂੰ ਝਾਂਸਾ ਦਿੱਤਾ ਗਿਆ ਸੀ ਕਿ ਉਹ ਹਥਿਆਰਾਂ ਦੀ ਬਰਾਮਦਗੀ ਉਹਨਾਂ ਨੂੰ ਕਰਵਾਏਗਾ, ਜਿਸ ਕਰਕੇ ਉਹ ਲਗਾਤਾਰ ਦੀਪਕ ਟੀਨੂ ਨੂੰ ਸੀਆਈਏ ਸਟਾਫ ਤੋਂ ਬਾਹਰ ਲੈ ਕੇ ਆਉਂਦੇ ਰਹੇ ਔਰ ਜਿਸ ਦੌਰਾਨ ਦੀਪਕ ਟੀਨੂ ਉਹਨਾਂ ਦੀ ਗਿਰਫਤ ਵਿੱਚੋਂ ਫਰਾਰ ਹੋ ਜਾਂਦਾ ਹੈ। ਵੱਡੇ ਸਵਾਲ ਇੱਥੇ ਵੀ ਉੱਠੇ ਸੀ ਕਿ ਆਖਿਰ ਪ੍ਰਿਤਪਾਲ ਸਿੰਘ ਨੂੰ ਜੇਕਰ ਇਸ ਤਰ੍ਹਾਂ ਦਾ ਕੋਈ ਝਾਂਸਾ ਦਿੱਤਾ ਗਿਆ ਸੀ, ਇਸ ਤਰ੍ਹਾਂ ਦੀ ਜਾਣਕਾਰੀ ਕੋਈ ਦਿੱਤੀ ਗਈ ਸੀ, ਤਾਂ ਉਸਨੇ ਸੀਨੀਅਰ ਅਧਿਕਾਰੀਆਂ ਨਾਲ ਇਸ ਦੀ ਗੱਲਬਾਤ ਕਿਉਂ ਨਹੀਂ ਕੀਤੀ? ਕਿਉਂਕਿ ਸੀਨੀਅਰ ਅਧਿਕਾਰੀਆਂ ਨਾਲ ਜੇਕਰ ਉਹ ਗੱਲਬਾਤ ਕਰਦੇ ਤਾਂ ਸ਼ਾਇਦ ਇਸ ਸਾਜ਼ਿਸ਼ ਦਾ ਪਰਦਾਫਾਸ਼ ਹੋ ਪਾਉਂਦਾ, ਪਰ ਪ੍ਰਿਤਪਾਲ ਹੁਣਾਂ ਨੇ ਕਿਸੇ ਨਾਲ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਪਹਿਲਾਂ ਬਾਅਦ ਵਿੱਚ ਉਹ ਜ਼ਰੂਰ ਕਹਿ ਰਹੇ ਨੇ ਕਿ ਇਸ ਤਰ੍ਹਾਂ ਦਾ ਝਾਂਸਾ ਉਹਨਾਂ ਨੂੰ ਦੀਪਕ ਟੀਨੂ ਵੱਲੋਂ ਦਿੱਤਾ ਗਿਆ ਸੀ, ਪਰ ਸਵਾਲਾਂ ਦੇ ਘੇਰੇ ਵਿੱਚ ਨੇ ਪ੍ਰਿਤਪਾਲ ਵੀ ਕਿ ਆਖਿਰ ਉਹ ਪਹਿਲਾਂ ਤੋਂ ਹੀ ਗੈਂਗਸਟਰਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ, ਕਿਉਂਕਿ
ਵੱਡੇ ਸਵਾਲ ਇਸ ਨੂੰ ਲੈ ਕੇ ਵੀ ਉੱਠੇ ਸੀ ਕਿ ਆਖਿਰ ਬਿਨਾਂ ਕਿਸੇ ਖਾਸ ਯੋਗਤਾ ਨੂੰ ਲੈ ਕੇ ਉਹ ਇਸ ਵੱਡੇ ਅਹੁਦੇ ਤੇ ਕਿਵੇਂ ਪਹੁੰਚ ਜਾਂਦੇ ਨੇ। CIA ਸਟਾਫ ਇੱਕ ਬੇहद ਜ਼ਿੰਮੇਵਾਰੀ ਵਾਲਾ ਅਹੁਦਾ ਹੈ ਔਰ CIA ਸਟਾਫ ਦੇ ਇੰਚਾਰਜ ਵਜੋਂ ਪ੍ਰਿਤਪਾਲ ਹੁਣਾਂ ਨੂੰ ਨਿਯੁਕਤ ਕੀਤਾ ਗਿਆ ਸੀ, ਪਰ ਉੱਥੇ ਉਹਨਾਂ ਦੀ ਜਿਸ ਤਰ੍ਹਾਂ ਦੀ ਲਾਪਰਵਾਹੀ ਦੇਖਣ ਨੂੰ ਮਿਲੀ ਉਸ ਨੂੰ ਲੈ ਕੇ ਵੱਡੇ ਸਵਾਲ ਉੱਠ ਰਹੇ ਨੇ ਕਿ ਆਖਿਰ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਪ੍ਰਮੋਸ਼ਨ ਕਿਉਂ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਪ੍ਰੋਟੋਕੋਲ ਦਾ ਕੁਝ ਵੀ ਨਹੀਂ ਪਤਾ ਹੁੰਦਾ। ਕਿਉਂਕਿ ਜੇਕਰ ਇੱਕ ਪ੍ਰੋਟੋਕੋਲ ਦੇ ਤਹਿਤ ਇਹਨਾਂ ਨੂੰ ਪ੍ਰਮੋਸ਼ਨਾਂ ਦਿੱਤੀਆਂ ਜਾਣ, ਪ੍ਰੋਟੋਕੋਲ ਦੇ ਤਹਿਤ ਇਹ ਕੁਆਲੀਫਾਈ ਕਰਦੇ ਹੋਣ, ਇੱਥੇ ਤੱਕ ਪਹੁੰਚਣ, ਤਾਂ ਸ਼ਾਇਦ ਉਹਨਾਂ ਨੂੰ ਪ੍ਰੋਟੋਕੋਲ ਦਾ ਪਤਾ ਹੁੰਦਾ ਹੈ, ਸ਼ਾਇਦ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਗੈਂਗਸਟਰਾਂ ਨਾਲ ਜਾਂ ਇਸ ਤਰ੍ਹਾਂ ਦੇ ਖਤਰਨਾਕ ਅਪਰਾਧੀਆਂ ਦੇ ਨਾਲ ਕਿਸ ਤਰ੍ਹਾਂ ਡੀਲ ਕਰਨਾ ਹੈ। ਪਰ ਪ੍ਰਿਤਪਾਲ ਹੁਣੀ ਇੱਥੇ ਖੁੰਝ ਗਏ ਔਰ ਦੀਪਕ ਟੀਨੂ ਉਹਨਾਂ ਦੀ ਗਿਰਫਤ ਵਿੱਚੋਂ ਫਰਾਰ ਹੋ ਗਿਆ ਔਰ ਹੁਣ ਵੱਡੀ ਖਬਰ ਆ ਰਹੀ ਹੈ ਕਿ ਦੀਪਕ ਟੀਨੂ ਪੰਜਾਬ ਤੋਂ ਬਾਅਦ ਦੇਸ਼ ਤੋਂ ਵੀ ਫਰਾਰ ਹੋ ਚੁੱਕਾ ਹੈ ਔਰ देखना होगा कि दीपक टीनू तक पुलिस कदों पहुंच पाती है। क्योंकि इस तो पहला जेकर गल करिए तो गोल्डी बराड़ भी विदेश में बैठा होया है, विदेश में बैठ के उसने सिद्धू मूसेवाला का कतल करवा दिता, पर अजे तक भी पंजाब पुलिस उत्थे तक नहीं पहुंच सकी क्योंकि नोटिस जरूर रेड कॉर्नर नोटिस गोल्डी बराड़ के खिलाफ जारी किया गया है, पर पंजाब पुलिस की हत्थों तो हजे तक गोल्डी बराड़ काफ़ी दूर है। और दूजे पासे जेकर गल करिए तो इस हाई प्रोफाइल मर्डर दे विच एक होर गैंगस्टर पुलिस की गिरफ्त दे विचों फरार हो गया। दीपक टीनू पुलिस की गिरफ्त दे विचों फरार हो चुका है। हुण देखना होगा कि दीपक टीनू तक पुलिस पहुंच पाती है जां नहीं, जां फिर इस तरह ही कार्रवाई की खाना पूर्ति की जाती है। ताज़ा तरीन खबरों लई तुसीं जुड़े रहो लाइव पंजाबी टीवी दे नाल। ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਉਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਵ ਪੰਜਾਬੀ ਟੀਵੀ ਨੂੰ IPTV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।